ਸੱਜਣੋ ਤੇ ਮਿੱਤਰੋ, ਤੁਹਾਡਾ ਵੀਰ ਫਕੀਰ ਆਫਤਾਬ ਭੱਟੀ ਇਸਲਾਮਾਬਾਦ ਨਿਊਜ਼ ਦੇ ਪਲੇਟਫਾਰਮ ਤੋਂ ਹਾਜ਼ਰ ਹੈ। ਵਕਤ ਜ਼ਾਇਆ ਕੀਤਿਆਂ ਬਗੈਰ ਹੀ ਗੱਲ ਕਰਨੇ ਆ ਕਿ ਇਮਰਾਨ ਖਾਨ ਜਿਹੜਾ ਹੈ ਉਹਦਾ ਦੋ ਤਾਕਤਵਰ ਲੋਕ ਜਿਹੜੇ ਨੇ ਇੱਥੋਂ ਦੇ ਪਾਕਿਸਤਾਨ ਦੇ ਉਹਨਾਂ ਦੇ ਖਿਲਾਫ ਉਹ ਮੂੰਹ ਫੱਟ ਹੋਇਆ ਹੈ। ਯਾਨੀ ਕਿ ਉਹ ਨਾਂ ਲੈ ਲੈ ਕੇ ਉਹਨਾਂ ਦੋਵਾਂ ਹਸਤੀਆਂ ਜਿਹੜੀਆਂ ਇੱਥੋਂ ਦੀਆਂ ਤਾਕਤਵਰ ਹਸਤੀਆਂ ਨੇ ਉਹਨਾਂ ਨੂੰ ਟਾਰਗੇਟ ਕਰ ਰਹੇ। ਕੱਲ ਸਾਫੀਆਂ ਦੇ ਨਾਲ ਗੁਫ਼ਤਗੂ ਕਰਦਿਆਂ ਖਾਨ ਉਹਨਾਂ ਨੇ ਕਿਹਾ ਜੀ ਕਿ ਤਰੀਕੇ ਇਨਸਾਫ ਦੇ ਖਿਲਾਫ ਜਿਹੜਾ ਚੀਫ ਜਸਟਿਸ ਕਾਜ਼ੀ ਫੈਜ਼ ਈਸਾ ਹੈ ਉਹ ਇੱਕ ਬੀ ਟੀਮ ਦਾ ਕਿਰਦਾਰ ਅਦਾ ਕਰ ਰਿਹਾ ਤੇ ਸਾਨਿਆ 9 ਮਈ ਦਾ ਜਿਹੜਾ ਕੇਸ ਸੀ ਉਹਦੀ ਆੜ ਦੇ ਵਿੱਚ ਉਹ ਸਾਡੇ ਇਨਸਾਨੀ ਹਕੂਕ ਜਿਹੜੇ ਨੇ ਉਹਨਾਂ ਨੂੰ ਪਮਾਲ ਕੀਤਾ ਗਿਆ, ਸਾਡਾ ਬੱਲਾ ਖੋਹ ਲਿਆ ਗਿਆ, ਸਾਡੀ ਪਾਰਟੀ ਨੂੰ ਖਤਮ ਕਰ ਦਿੱਤਾ ਗਿਆ। ਤੇ ਦੂਜਾ ਉਹ ਕਹਿੰਦੇ ਨੇ ਕਿ ਆਮ ਇੰਤਖਾਬਾਤ ਦੇ ਵਿੱਚ ਜਿਹੜੀ ਖੁੱਲੀ ਧਾਂਦਲੀ ਹੋਈ ਹੈ ਉਹਦਾ ਕੇਸ ਵੀ ਸਾਡਾ ਨਹੀਂ ਸੁਣਿਆ ਜਾ ਰਿਹਾ ਤੇ ਪੀਟੀਆਈ ਦੀ ਜਿਹੜੀ ਖਵਾਤੀਨ ਦੀਆਂ ਮਖਸੂਸ ਨਸ਼ਿਸਤਾਂ ਦਾ ਕੇਸ ਹੈ ਉਹ ਵੀ ਨਹੀਂ ਸੁਣਿਆ ਜਾ ਰਿਹਾ। ਸੁਪਰੀਮ ਕੋਰਟ ਦੇ ਫੈਸਲੇ ਜਿਹੜੇ ਨੇ ਉਹ ਇਸ ਟਾਈਮ ਨਜ਼ਰੀਆ ਜ਼ਰੂਰਤ ਜਿਹੜੇ ਨੇ ਉਹਨਾਂ ਨੂੰ ਉਜਾਗਰ ਕਰ ਰਹੇ ਨੇ ਤੇ ਮੁਲਕ ਦੇ ਵਿੱਚ ਜੰਗਲ ਦਾ ਕਾਨੂੰਨ ਹੈ। ਇਹ ਖਾਨ ਸਾਹਿਬ ਨੇ ਗੱਲਾਂ ਕੀਤੀਆਂ ਨੇ ਔਰ ਚੀਫ ਜਸਟਿਸ ਕਾਜ਼ੀ ਫੈਜ਼ ਈਸਾ ਨੂੰ ਉਹਨੇ ਇਹਦੇ ਵਿੱਚ ਸਿੱਧਾ ਸਾਵਾਂ ਟਾਰਗੇਟ ਕੀਤਾ ਹੈ। ਮੈਨੂੰ ਸਮਝ ਨਹੀਂ ਆਉਂਦੀ, ਇੱਕ ਪਾਸੇ ਖਾਨ ਨੇ ਜਨਾਬ ਡਟਿਆ ਹੈ, ਦੂਜੇ ਪਾਸੇ ਵਟਿਆ ਹੈ। ਡਟਿਆ ਹੈ ਇੰਝ ਕਿ ਅਸੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ, ਮੈਂ ਕੋਈ ਡੀਲ ਨਹੀਂ ਕਰਨੀ, ਤੇ ਵਟਿਆ ਹੈ ਇੰਝ ਕਿ ਉਧਰੋਂ ਨਾਲ ਹੀ ਉਹਨੇ ਇੱਕ ਕਮੇਟੀ ਬਣਾ ਦਿੱਤੀ ਸੀ ਕਿ ਤੁਸੀਂ ਇਹਨਾਂ ਨਾਲ ਗੱਲ ਕਰੋ ਤੇ ਗੱਲ ਵੀ ਉਹ ਕਹਿੰਦਾ ਤਾਕਤਵਰਾਂ ਨਾਲ ਕਰੋ, ਹੋਰ ਕਿਸੇ ਨਾਲ ਗੱਲ ਵੀ ਨਹੀਂ ਕਰਨੀ। ਤੇ GHQ ਦੇ ਵਿੱਚ ਵੀ ਇੱਕ ਹੋਇਆ ਵੇ ਇਜਲਾਸ, ਉਹਦੇ ਵਿੱਚ ਜਨਾਬ ਜਿਹੜਾ ਵੇ ਉਹ ਆਰਮੀ ਚੀਫ ਨੇ ਸਾਰੇ ਚੀਫ ਸੈਕਟਰੀਜ਼ ਨੂੰ ਬੁਲਾ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਕੰਮ ਕਰੋ, ਸਾਡੀ ਖਾਨ ਨਾਲ ਕੋਈ ਡੀਲ ਸ਼ੀਲ ਨਹੀਂ ਹੋ ਰਹੀ ਤੇ ਖਾਨ ਨੇ ਗੱਲ ਕਰਨੀ ਹੈ ਤੇ ਉਹਨੇ ਸਿਆਸੀ ਜਮਾਤਾਂ ਨਾਲ ਹੀ ਕਰਨੀ ਹੈ। ਗੱਲ ਇਹ ਵੇ ਕਿ ਮੈਂ ਪਹਿਲੇ ਦਿਨ ਦੀ ਇਹ ਗੱਲ ਕਰਦਾ ਪਿਆ ਹਾਂ ਕਿ ਖਾਨ ਦੀ ਬਚਤ ਉਦੋਂ ਹੀ ਹੈ ਜਦੋਂ ਉਹ ਸਿਆਸੀ ਜਮਾਤਾਂ ਨਾਲ ਗੱਲ ਕਰੇਗਾ, ਨਹੀਂ ਕਰੇਗਾ ਤੇ ਉਹਦੀ ਕੋਈ ਬਚਤ ਨਹੀਂ ਹੈ ਇਹਦੇ ਵਿੱਚ। ਇਹਦੇ ਨਾਲ ਹੀ ਮੇਰੀ ਇਜਾਜ਼ਤ ਦਿਓ।